ਤੇ ਜਦੋਂ ਛੁੱਟੀਆਂ 'ਤੇ ਜਾਂਦੇ ਸੀ ਪਿੰਡ ਤੇ ਫਾਈਟਰ ਜਹਾਜ਼ ਉੱਡਦੇ ਸੀਗੇ, ਤਮੰਨਾ ਹੁੰਦੀ ਸੀ ਕਿ ਫਾਈਟਰ ਜਹਾਜ਼ ਉਡਾਈਏ। ਮੈਂ ਕਿਹਾ ਬੀਜੀ ਜਾਣਾ ਤਾਂ 에ਅਰਫੋਰਸ 'ਚ ਹੈ। ਤਾਂ ਉਹਨਾਂ ਨੇ ਆਖਿਆ ਚੰਗਾ ਬੱਚੇ ਜੇ ਤੂੰ ਜਾਣਾ ਹੀ ਹੈ ਤੇ 3 ਚੀਜ਼ਾਂ ਯਾਦ ਰੱਖੀ। ਇੱਕ ਮਰਨਾ ਨਹੀਂ ਹੈ, ਇੱਕ ਡਰਨਾ ਨਹੀਂ ਹੈ, ਜਦੋਂ ਤੁਸੀਂ ਫਾਈਟਰ ਪਾਇਲਟ ਦੇ ਤੌਰ 'ਤੇ ਚੜ੍ਹਦੇ ਸੀ, ਜੰਗ ਨੂੰ ਜਾਂਦੇ ਸੀ, ਕੀ ਮਨ ਦੇ ਵਿੱਚ ਕੀ ਇੱਛਾਵਾਂ ਹੁੰਦੀਆਂ? ਗੁਰੂ ਗੋਬਿੰਦ ਸਿੰਘ ਜੀ ਹੈਜ਼ ਬਿਨ ਮਾਈ ਰੋਲ ਮਾਡਲ। ਮੈਂ ਤਾਂ ਦਲੇਰ ਸੀ, ਮੈਂ ਡਰਦਾ ਨਹੀਂ ਸੀ। ਔਰ ਜਿਹੜਾ ਵੀ ਕੰਮ ਕਰਦਾ ਸੀ ਨਾ ਉਹ ਸੀਗਾ ਨਿਸ਼ਚੈ ਕਰ ਆਪਣੀ ਜੀਤ ਕਰ। ਕਿੰਨੀਆਂ ਜੰਗਾਂ ਲੜੀਆਂ ਤੁਸੀਂ ਸੇਖੋਂ ਸਾਹਿਬ? ਮੈਂ 4 ਜੰਗਾਂ ਲੜੀਆਂ। 62 'ਚ ਕਮਿਸ਼ਨ ਮਿਲ ਗਿਆ, ਮੈਂ 18.5 ਸਾਲ ਦਾ ਸੀ। ਆਈ ਵਾਜ਼ ਫਲਾਈਂਗ ਟਰਾਂਸਪੋਰਟ 에ਅਰਕ੍ਰਾਫਟ ਦੈਟ ਟਾਈਮ। ਅੱਛਾ, ਹੈਲੀਕਾਪਟਰ ਤੇ ਫਾਈਟਰ ਜਿਹੜਾ ਜਹਾਜ਼ ਚਲਾਉਣ 'ਚ ਕਿੰਨਾ ਕੁ ਫਰਕ ਹੈ? ਬਹੁਤ ਫਰਕ ਹੈ। ਤੁਹਾਡੇ ਆਪ ਵੀ ਕਦੇ ਗੋਲੀ ਲੱਗੀ? ਮੇਰੇ ਜਹਾਜ਼ ਦੇ ਇੰਜਨ 'ਚੋਂ ਗੋਲੀ ਲੰਘੀ ਨਾ, ਇਹ ਗਰੇਜ਼ ਕਰਕੇ ਬਾਡੀ ਨੂੰ, ਨੀ ਨੂੰ ਕਾਕਪਿਟ ਦੇ ਥਰੂ ਗਈ। And I delivered every part of that ammunition on the same post and played up hell into that post. ਤਬਾਹ ਕਰਤੀ ਕੁਝ? ਕੋਈ ਕਮਾਂਡਰ ਤੁਹਾਨੂੰ ਦੱਸਦਾ ਸੀ ਕਿ ਤੁਸੀਂ ਆਪ ਕਮਾਂਡੈਂਟ ਸੀ? ਮੇਰਾ ਖਿਆਲ I was the commander of the squadron and I could decide on the type of missions. General Sartaj, who was the 15 Corps commander, had given a free hand. Whenever there is a requirement of any sortie from the army, and my squadron can be told, and we used to get up on at extremely short notice. ਜਦੋਂ ਤੁਸੀਂ ਫਾਈਟਰ ਪਾਇਲਟ ਚਲਾਉਂਦੇ ਸੀ ਫਿਰ ਮਨ 'ਚ ਇੱਛਾ ਹੁੰਦੀ ਸੀ ਕਿ ਹੋਰ ਤੇਜ਼ ਕਰਕੇ ਦੇਖਾਂ, ਹੋਰ ਤੇਜ਼ ਕਰਕੇ ਦੇਖਾਂ? Correct. It is a desire to go faster and faster. ਕਿਵੇਂ ਮਹਿਸੂਸ ਹੁੰਦਾ ਉੱਪਰ ਫਿਰ? ਉੱਤੇ is very ਆਵਾਜ਼ ਆਉਂਦੀ? ਨਹੀਂ, when you are going beyond the speed of sound, there is no noise in the aircraft at all. ਤੁਸੀਂ ਟਰਨ ਕਰ ਰਹੇ ਹੋ ਜਾਂ ਉਹਨੂੰ ਰਿਵਰਸ ਕਰ ਰਹੇ ਹੋ ਜਾਂ ਉਹਨੂੰ ਲੂਪ ਕਰ ਰਹੇ ਹੋ ਤਾਂ ਤੁਹਾਡਾ ਸਾਰਾ ਜਿਹੜਾ ਬਲੱਡ ਹੁੰਦਾ ਉਹ ਸਿਰ ਤੋਂ, ਹਾਰਟ ਤੋਂ ਸਭ ਥੱਲੇ ਚਲਾ ਜਾਂਦਾ, ਪੈਰਾਂ ਕ ਨਹੀਂ ਜਾਂਦਾ। ਐਂਡ ਦੈਨ ਯੂ ਸਟਾਰਟ ਇਨੀਸ਼ੀਅਲੀ ਗ੍ਰੇਇੰਗ ਆਊਟ। ਤੁਹਾਨੂੰ ਤਾਰੇ ਜਿਹੇ ਦਿਖਦੇ ਆ, ਫਿਰ ਧੁੰਦਲਾ ਜਿਹਾ ਦਿਖਦਾ। ਸੇਖੋਂ ਸਾਹਿਬ, ਇੱਕ ਪੋਸਟ ਦਾ ਨਾਂ ਤੁਹਾਡੇ ਨਾਂ ਦੇ ਉੱਤੇ ਰੱਖਿਆ ਹੈ ਔਰ ਤੁਹਾਨੂੰ ਉਸ ਜ਼ਮਾਨੇ 'ਚ ਕਹਿੰਦੇ ਵੀ ਫੌਕਸ ਆਫ ਦਾ ਹਿਲਸ ਕਹਿੰਦੇ ਸੀ। ਯੈਸ। ਇਹ ਪੋਸਟ ਕਿੱਥੇ? ਇਹ ਪੋਸਟ ਲਦਾਖ 'ਚ ਪੈਂਦੀ ਹੈ। ਮੈਨੂੰ ਨਾ ਪਹਾੜਾਂ 'ਚ ਫਲਾਈ ਕਰਨਾ ਬਹੁਤ ਚੰਗਾ ਲੱਗਦਾ। ਅੱਛਾ। ਬਹੁਤ ਲੋਕ ਡਰਦੇ ਆ ਕਿ ਪਹਾੜ ਹੈਗੇ ਫਿਰ ਮੁਸ਼ਕਿਲ ਹੋ ਜੂ, ਜਹਾਜ਼ ਟਰਨ ਨਹੀਂ ਹੋਊਗਾ, ਫਲਾਨਾ ਨਹੀਂ ਹੋਊਗਾ। ਉਹ ਰੱਬ ਨੇ ਦਿੱਤੀ ਹੋਈ ਹੈ, ਸੈਂਸ ਦਿੱਤੀ ਹੋਈ ਹੈ ਕਿ ਵੀ ਪਹਾੜਾਂ 'ਚ ਜਹਾਜ਼ ਨੂੰ ਕਿਵੇਂ ਸੰਭਾਲਣਾ। ਤੁਸੀਂ ਬਹੁਤ ਸਾਰੇ ਪਾਇਲਟ ਟ੍ਰੇਨ ਕੀਤੇ, ਸੈਂਕੜਿਆਂ ਦੀ ਗਿਣਤੀ 'ਚ। 5000 ਪਾਇਲਟ ਟ੍ਰੇਨ ਕੀਤੇ ਆ, ਮੇਰੇ ਹੱਥਾਂ 'ਚੋਂ ਲੰਘੇ। In no profession you take so many decisions in such a short time, and every decision has to be correct. If the decision is wrong, the punishment is death. ਭਾਰਤੀ ਫੌਜ ਵਿੱਚ ਬੜੇ ਦਲੇਰ ਅਫਸਰ ਹੋਏ ਨੇ, ਭਾਵੇਂ ਉਹ ਜਲ ਸੈਨਾ ਹੈ, ਥਲ ਸੈਨਾ ਹੈ, ਔਰ ਇਹਨਾਂ ਫੌਜਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਤੋਂ ਗਏ ਫੌਜੀਆਂ ਨੇ, ਫੌਜੀ ਅਫਸਰਾਂ ਨੇ, 에ਅਰ ਫੋਰਸ ਦੇ ਅਫਸਰਾਂ ਨੇ ਹਿੰਦੁਸਤਾਨ ਦੀ ਧਰਤੀ ਨੂੰ, ਸਰਜ਼ਮੀਨ ਨੂੰ ਸੁਰੱਖਿਅਤ ਰੱਖਣ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ। ਔਰ ਅੱਜ ਜਿਹੜੀ ਗੱਲਬਾਤ ਹੋਏਗੀ, 에ਅਰ ਮਾਰਸ਼ਲ ਸਰਦਾਰ ਮਨਜੀਤ ਸਿੰਘ ਸੇਖੋਂ ਸਾਡੇ ਸਟੂਡੀਓਜ਼ ਦੇ ਵਿੱਚ ਨੇ, ਜਿਨ੍ਹਾਂ ਨੇ 4 ਜੰਗਾਂ ਲੜੀਆਂ ਨੇ ਔਰ ਫਾਈਟਰ ਪਾਇਲਟ ਸਨ। ਹੁਣੇ ਉਹ ਰਿਟਾਇਰ ਹੋਏ ਨੇ। ਪਿੰਡ ਦਾਖਾ ਈਸੇਵਾਲ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਕਿਵੇਂ ਸ਼ੁਰੂ ਕੀਤੀ। ਇਹ ਇੱਕ ਸਿਰ ਲੱਥ ਜੌਬ ਹੈ ਫਾਈਟਰ ਪਾਇਲਟ ਦੀ, ਔਰ ਇਸ ਦੇ ਵਿੱਚ ਜਿੰਨਾ ਐਕਸ਼ਨ ਹੈ ਉਨਾ ਹੀ ਜਾਨ ਨੂੰ ਖਤਰਾ ਹੈ। ਪਰ ਉਹ ਸਹੀ ਸੁਰੱਖਿਅਤ 4 ਜੰਗਾਂ ਲੜਨ ਤੋਂ ਪਿੱਛੋਂ ਬਹੁਤ ਸਾਰੇ ਮੈਡਲ ਜਿੱਤਣ ਤੋਂ ਬਾਅਦ, ਜਿਸ ਵਿੱਚ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਰਮਵੀਰ ਚੱਕਰਾ, ਸ਼ੁਕਰੀਆ ਚੱਕਰਾ ਔਰ ਇਸ ਤੋਂ ਬਾਅਦ ਹੋਰ ਕਈ ਗੈਲੈਂਟਰੀ ਦੇ, ਬਹਾਦਰੀ ਦੇ ਇਨਾਮ ਉਹਨਾਂ ਨੇ ਜਿੱਤੇ ਹਨ। ਸੇਖੋਂ ਸਾਹਿਬ ਜੀ, ਆਇਆਂ ਨੂੰ ਜੀ। ਥੈਂਕ ਯੂ ਸੋ ਮਚ।
ਕਿਵੇਂ ਜ਼ਿੰਦਗੀ ਸ਼ੁਰੂ ਹੋਈ ਜਿਹੜੀ ਪਾਇਲਟ ਦੀ ਜ਼ਿੰਦਗੀ ਪਾਰਟਿਕੂਲਰਲੀ ਕਿਵੇਂ ਤੁਸੀਂ ਚੂਜ਼ ਕੀਤਾ ਕਿ ਪਾਇਲਟ ਬਣਨਾ ਚਾਹੁੰਦੇ ਹੋ? ਸਾਡਾ ਪਿੰਡ ਹਲਵਾਰੇ ਦੇ ਨੇੜੇ ਪੈਂਦਾ ਹੈ। ਅੱਛਾ ਜੀ। ਉੱਥੇ ਫਾਈਟਰ ਜਹਾਜ਼ ਸੀਗੇ। ਮੇਰੀ ਬੈਕਗਰਾਉਂਡ ਆਰਮੀ ਫੈਮਲੀਜ਼ ਹੈ, ਤੇ ਜਦੋਂ ਛੁੱਟੀਆਂ 'ਤੇ ਜਾਂਦੇ ਸੀ ਪਿੰਡ ਤੇ ਫਾਈਟਰ ਜਹਾਜ਼ ਉੜਦੇ ਸੀਗੇ। ਤਮੰਨਾ ਹੁੰਦੀ ਸੀ ਕਿ ਫਾਈਟਰ ਜਹਾਜ਼ ਉਡਾਈਏ, ਇਹਦੇ 'ਚ ਜੋਸ਼ੀਲਾ ਕੰਮ ਚਾਹੀਦਾ ਤੇ ਦਲੇਰੀ ਦਾ ਕੰਮ ਚਾਹੀਦਾ। ਫਿਰ 1960 'ਚ ਮੈਂ ਗਵਰਨਮੈਂਟ ਕਾਲਜ ਰੋਪੜ ਸੀਗਾ ਤੇ ਆਲ ਇੰਡੀਆ ਕੰਪੀਟੀਟਿਵ ਐਗਜ਼ਾਮ ਕੀਤੇ ਮੈਂ, ਮਰਚੈਂਟ ਨੇਵੀ ਡਫਰਿਨ ਦਾ for the officer cadre, army as an officer cadet, and air force as a pilot cadet. So I cleared all exams, got selected in all three streams with the Navy, Army as well as the Air Force. And since my father died when we were still small, I had a lovely mother and I wanted to join the Air Force. So she was not so keen and she said, ਸਾਡੇ ਪਿੰਡ ਦੇ ਬਹੁਤ ਆਰਮੀ ਅਫਸਰ ਨੇ, ਜਰਨੈਲ ਰਹਿ ਚੁੱਕੇ ਨੇ, ਤੁਸੀਂ ਆਰਮੀ 'ਚ ਜਾਓ, ਆਰਮੀ ਥੋੜ੍ਹੀ ਜਿਹੀ ਸੌਖੀ ਹੈ ਅਤੇ ਏਅਰਫੋਰਸ ਥੋੜ੍ਹੀ ਜਿਹੀ ਟਫ ਹੈ। ਮੈਂ ਕਿਹਾ ਬੀਜੀ ਜਾਣਾ ਤਾਂ ਏਅਰਫੋਰਸ 'ਚ ਹੀ ਹੈ। ਤਾਂ ਉਹਨਾਂ ਨੇ ਆਖਿਆ ਚੰਗਾ ਬੱਚੇ, ਜੇ ਤੂੰ ਜਾਣਾ ਹੀ ਹੈ ਅਤੇ 3 ਚੀਜ਼ਾਂ ਯਾਦ ਰੱਖੀ। ਇੱਕ, ਮਰਨਾ ਨਹੀਂ ਹੈ। ਇੱਕ, ਡਰਨਾ ਨਹੀਂ ਹੈ। ਤੀਜਾ ਕੰਮ, ਇਮਾਨਦਾਰੀ ਨਾਲ ਕੰਮ, ਤਾਂ ਕਿ ਆਪਣਾ ਜਿਹੜੀ ਫੈਮਿਲੀ ਦਾ ਨਾਂ ਹੈ ਉਹ ਖਰਾਬ ਨਾ ਹੋਵੇ। ਤਾਂ ਮੈਂ ਕਿਹਾ ਬੀਜੀ ਤੁਸੀਂ ਫਿਕਰ ਨਾ ਕਰੋ। So I joined Air Force and did my pilot training. We were 70,000 people when we appeared for the exam, out of which 82 joined the academy. And we were 42 who became pilots, who got the wings. And at the moment we are surviving are about 19. And from the whole lot, I was the only one who became commander-in-chief. ਕਿੰਨੀਆਂ ਜੰਗਾਂ ਲੜੀਆਂ ਤੁਸੀਂ ਸੇਖੋਂ ਸਾਹਿਬ? ਮੈਂ 4 ਜੰਗਾਂ ਲੜੀਆਂ। 62 'ਚ ਕਮਿਸ਼ਨ ਮਿਲ ਗਿਆ, ਮੈਂ 18.5 ਸਾਲ ਦਾ ਸੀ ਤੇ 62 ਦੀ ਲੜਾਈ ਆ ਗਈ ਚਾਈਨਾ ਨਾਲ। I was flying transport aircraft that time. Did about 50 sorties in support of the army. And then in 65 war I was flying helicopters. And I got decorated with Gallantry Award of Vayu Sena Medal. And then I switched to fighters. I was the first trial case of the Indian Air Force to switch from transport to helicopters to fighters. So 71 I commanded a fighter squadron at Srinagar. Nirmaljeet Sekhon, a nephew of mine, was also in Srinagar flying the nets. ਅੱਛਾ, ਹੈਲੀਕਾਪਟਰ ਤੇ ਫਾਈਟਰ ਜਿਹੜਾ ਜਹਾਜ਼ ਚਲਾਉਣ 'ਚ ਕਿੰਨਾ ਕੁ ਫਰਕ ਹੈ? ਬਹੁਤ ਫਰਕ ਹੈ। ਫਾਈਟਰ ਵਾਸਤੇ ਕੁਆਲਿਟੀਜ਼ ਅਲੱਗ ਚਾਹੀਦੀਆਂ, ਫਾਈਟਰ ਪਾਇਲਟ, ਐਂਡ ਉਹਦੇ 'ਚ ਰਿਐਕਸ਼ਨ ਟਾਈਮ, ਫਿਜ਼ੀਕਲ ਫਿਟਨੈਸ, decision making ability, and man and machine coordination required is very high. Helicopter comparatively is slow, you get little more time, but quite difficult to fly in the hills and very tricky to land at very very small places. ਜਦੋਂ ਤੁਸੀਂ ਫਾਈਟਰ ਪਾਇਲਟ ਦੇ ਤੌਰ ਤੇ ਚੜ੍ਹਦੇ ਸੀ, ਜੰਗ ਨੂੰ ਜਾਂਦੇ ਸੀ, ਕੀ ਮਨ ਦੇ ਵਿੱਚ ਕੀ ਇੱਛਾਵਾਂ ਹੁੰਦੀਆਂ? ਗੁਰੂ ਗੋਬਿੰਦ ਸਿੰਘ ਜੀ ਹੈਜ਼ ਬਿਨ ਮਾਈ ਰੋਲ ਮਾਡਲ। ਮੈਂ ਤਾਂ ਦਲੇਰ ਸੀ, ਮੈਂ ਡਰਦਾ ਨਹੀਂ ਸੀ। ਔਰ ਜਿਹੜਾ ਵੀ ਕੰਮ ਕਰਦਾ ਸੀ ਨਾ, ਉਹ ਸੀਗਾ ਨਿਸ਼ਚੈ ਕਰ ਆਪਣੀ ਜੀਤ ਕਰੋ। ਅੱਛਾ ਜੀ। ਔਰ ਆਪਾਂ ਮਰਨ ਵਾਲਿਆਂ ਚੋਂ ਨਹੀਂ ਆ। ਨਿਰਮਲਜੀਤ ਸਿੰਘ ਸੇਖੋਂ ਹੋਰਾਂ ਬਾਰੇ ਅਸੀਂ ਬਹੁਤ ਕੁਝ ਸੁਣਿਆ। ਮੇਰਾ ਪਿੰਡ ਵੀ ਉਹਨਾਂ ਦੇ ਨਜ਼ਦੀਕ ਹੀ ਆ, ਤੁਹਾਡੇ ਪਿੰਡ ਦੇ। ਕਈ ਤਾਂ ਕਹਿੰਦੇ ਆ ਕਿ ਉਹ ਕਿਸੇ ਮਿਸ਼ਨ 'ਤੇ ਚੱਲੇ ਸੀ, ਮਿਸ਼ਨ ਅਬੋਰਟ ਕਰ ਦਿੱਤਾ ਗਿਆ। 2 ਪਾਇਲਟਸ ਨੇ ਜਿਹੜੇ ਮੁੜੇ ਆਏ ਵਾਪਸ। ਨਿਰਮਲਜੀਤ ਸਿੰਘ ਨੂੰ ਮੁੜਨ ਨੂੰ ਕਿਹਾ ਗਿਆ, ਉਹ ਕਹਿੰਦਾ ਨਹੀਂ, ਮੈਨੂੰ ਗੁਰੂ ਗੋਬਿੰਦ ਸਿੰਘ ਦਾ ਘੋੜਾ ਦੱਸਦਾ। ਔਰ ਉਸਨੇ ਕਹਿੰਦੇ ਕਈ ਜਹਾਜ਼ ਤਬਾਹ ਕਰ ਦਿੱਤੇ ਤੇ ਆਪ ਵੀ ਤਬਾਹ ਹੋ ਗਿਆ। ਕਈ ਹੋਰ ਸਟੋਰੀਜ਼ ਸੁਣੀਆਂ ਨੇ, ਅਸਲੀਅਤ ਕੀ ਸੀ? ਅਸੀਂ ਇਕੱਠੇ ਹੀ ਸ੍ਰੀਨਗਰ ਸੀਗੇ। ਵੀ ਵਰ ਸਟੇਇੰਗ ਇਨ ਦ ਸੇਮ ਆਫਿਸਰਸ ਮੈਸ, ਰੋਜ਼ ਮਿਲਦੇ ਸੀਗੇ। ਉਹਦੀ ਸਕੁਆਡਰਨ ਰਨਵੇ ਦੇ ਪਰਲੇ ਪਾਸੇ ਸੀ, ਮੇਰੀ ਸਕੁਆਡਰਨ ਰਨਵੇ ਦੇ ਇੱਧਰਲੇ ਪਾਸੇ ਸੀ।
ਤੇ ਨਿਰਮਲਜੀਤ ਬਹੁਤ ਬਹਾਦਰ ਮੁੰਡਾ ਸੀ। ਕਿੰਨੇ ਸਾਲ ਦਾ ਸੀ? He was about maybe 23 years, 24 years. 3 generations ago, it was one man, and then it became like that. Like that is how we were together. ਜਿਹਦੀ ਆਖਰੀ ਫਾਈਟ ਸੀ 24 ਸਾਲ ਦਾ ਸੀ ਉਹ। ਹਾਂ, ਮੈਂ ਖੁਦ ਉਹ ਆਪਣੀ ਅੱਖਾਂ ਨਾਲ ਦੇਖੀ ਸ੍ਰੀਨਗਰ ਓਵਰਹੈਡ, ਕਿਉਂਕਿ ਜਿਹੜਾ ਵਾਰਨਿੰਗ ਆਈ ਬਹੁਤ ਘੱਟ ਆਈ। ਐਨੀਮੀ 에ਅਰਕ੍ਰਾਫਟ ਸ੍ਰੀਨਗਰ 에ਅਰਫੀਲਡ ਦੇ ਉੱਤੇ 6 ਜਹਾਜ਼ ਆ ਗਏ ਸੀਗੇ। ਉਹਨੇ ਬੜੀ ਦਲੇਰੀ ਨਾਲ ਜਹਾਜ਼ ਨੂੰ ਆਪਣੇ ਨੂੰ ਟੇਕ ਆਫ ਕੀਤਾ, ਔਰ ਟੇਕ ਆਫ ਕਰਦੇ ਹੀ ਉਹਨਾਂ ਨਾਲ ਅੰਗੇਜ ਹੋ ਗਿਆ। ਐਂਡ ਉਹਦੀ ਬਹਾਦਰੀ ਦੇਖ ਕੇ ਉਹਨੇ ਇੱਕ ਜਹਾਜ਼ ਨੂੰ ਪਹਿਲਾਂ ਫਾਇਰ ਕੀਤਾ, ਫਿਰ ਉਦੋਂ ਡਿਸਐਂਗੇਜ ਹੋ ਕੇ ਦੂਜੇ ਨਾਲ ਕੀਤਾ, ਔਰ ਇੰਨੇ ਨੂੰ ਉਹਨਾਂ ਦਾ ਇੱਕ ਜਹਾਜ਼ ਨੇ ਨਿਰਮਲਜੀਤ ਦੇ ਜਹਾਜ਼ ਨੂੰ ਟਾਰਗੇਟ ਬਣਾ ਲਿਆ, ਔਰ ਜਹਾਜ਼ 'ਚ ਗੋਲੀ ਲੱਗੀ, ਨਿਰਮਲਜੀਤ ਨੂੰ ਗੋਲੀ ਲੱਗੀ, ਐਂਡ ਹੀ ਟਰਾਂਸਮਿਟਡ ਆਈ ਹੈਵ ਬੀਨ ਹਿਟ। He could have ejected, but aircraft went out of control and it crashed on the airfield. But with his bravado, the enemy aircraft could not drop all the bombs and ammunition, and they fled. They ran away. ਤੁਸੀਂ ਜਿਹੜੀਆਂ ਜੰਗਾਂ ਲੜੀਆਂ, ਜਦੋਂ ਤੁਸੀਂ ਫਾਈਟਰ ਪਾਇਲਟ ਦੇ ਤੌਰ ਤੇ ਗਏ ਹੋ, ਉਦੋਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਡਰਦਾ ਨਹੀਂ ਸੀ ਮੈਂ, ਕਿਹੜੀਆਂ ਕੋਈ ਚੇਤੇ ਹੈ ਤੁਹਾਡੀਆਂ ਜਿਹੜੇ ਤੁਸੀਂ ਹਮਲੇ ਕੀਤੇ? ਤੁਹਾਡੇ ਆਪ ਵੀ ਕਦੇ ਗੋਲੀ ਲੱਗੀ? ਅੱਜ ਮੇਰੇ ਜਹਾਜ਼ ਨੂੰ 2 ਅਲੱਗ-ਅਲੱਗ ਮਿਸ਼ਨਸ 'ਤੇ ਗੋਲੀ ਲੱਗੀ, ਔਰ ਇੱਕ ਮਿਸ਼ਨਸ 'ਤੇ ਮੇਰੇ ਜਹਾਜ਼ ਦੇ ਇੰਜਨ 'ਚੋਂ ਗੋਲੀ ਲੰਘੀ, ਨਾਲੇ ਗਰੇਜ਼ ਕਰਕੇ ਬਾਡੀ ਨੂੰ, ਨੀ ਨੂੰ ਕਾਕਪਿਟ ਦੇ ਥਰੂ ਗਈ। ਸੋ ਆਈ ਵਾਜ਼ ਬਲੀਡਿੰਗ ਐਂਡ ਆਈ ਰਿਮੂਵਡ ਮਾਈ ਬੋਨਡੋਮ ਐਂਡ ਪਟਕਾ ਐਂਡ ਆਈ ਟਾਈਡ ਇਟ ਹੇਅਰ, and I turned around and I dropped all my ammunition on that post and brought the limping aircraft back to base. ਕੀ ammunition ਲੱਦ ਕੇ ਲੈ ਕੇ ਜਾਂਦੇ ਸੀ? ਅਸੀਂ ਬੰਬ ਲੈ ਜਾਂਦੇ ਸੀ, 1000 pound each, 2 bomb, rockets and 4 guns, 20 millimeter. ਕਿਹੜਾ ਜਹਾਜ਼ ਚਲਾਉਂਦੇ ਸੀ ਤੁਸੀਂ? This was called Vampire. Vampire 52. It was made immediately after the World War II by British, UK, and a very good aircraft for close support to help the army. And General Sartaj was very happy. He was the co-commander. He was very happy with the performance of my squad. So ਜਦੋਂ ਤੁਹਾਡੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਤੁਸੀਂ ਪਟਕਾ ਬੰਨ ਲਿਆ, ਜਿਹੜੇ ਬਾਕੀ ਅਮਨੀਸ਼ਨ ਸੀ ਉਹ ਵਾਪਸ ਲੈ ਆਏ? ਨਹੀਂ, ਉਹ ਉੱਥੇ ਹੀ ਟਰਨ ਅਰਾਊਂਡ ਕਰਕੇ ਉਹ ਸਾਰਾ ਡਿਲੀਵਰ ਕਰਕੇ ਫਿਰ ਵਾਪਸ ਆ ਕੇ 2 ਘੰਟੇ ਮਗਰੋਂ ਦੂਜਾ ਜਹਾਜ਼ ਲੈ ਕੇ ਫਿਰ 에ਅਰਬੋਰਨ ਹੋ ਗਿਆ, ਉਸੇ ਹੀ ਪੋਸਟ 'ਤੇ ਗਿਆ ਦੁਬਾਰਾ, ਹਾਜੀ ਪੀਰ, ਇਟਸ ਅ ਫੇਮਸ ਪੋਸਟ। ਫਿਰ ਕੀ ਕੀਤਾ? And I delivered every part of that ammunition on the same post and played up hell into that post. ਤਬਾਹ ਕਰਤੀ ਕੁਝ? ਤਬਾਹ ਕਰਤੀ। ਸੋ ਇਸ ਤਰ੍ਹਾਂ ਦੇ ਜਿਹੜੇ ਮਿਸ਼ਨ ਸੀ ਤੁਹਾਡੇ, ਕੋਈ ਕਮਾਂਡਰ ਤੁਹਾਨੂੰ ਦੱਸਦਾ ਸੀ ਕਿ ਤੁਸੀਂ ਆਪ ਕਮਾਂਡੈਂਟ ਸੀ? ਮੇਰਾ ਖਿਆਲ I was the commander of the squadron and I could decide on the type of missions. General Sartaj, who was the 15 Corps commander, had given a free hand. Whenever there's a requirement of any sortie from the army, and my squadron can be told, and we used to get airborne at extremely short notice. And we helped Indian Army in Poonch area, in Uri area, Hajipir area, then Tangdhar, Tithwal area, Kishanganga, Kargil, we captured many posts. And also in the Shyok Valley, we pushed the border by 32 kilometers. And it is held by us till today. ਸਿੱਖੋ ਸਾਹਿਬ, ਜਦੋਂ ਤੁਸੀਂ ਜਾਂਦੇ ਸੀ ਜਹਾਜ਼ ਦੇ ਵਿੱਚ ਤੇਜ਼ੀ ਨਾਲ, ਕਿੰਨੇ 100 ਕਿਲੋਮੀਟਰ ਦੀ ਸਪੀਡ ਨਾਲ ਜਾ ਸਕਦਾ ਹੈ ਲੜਾਕੂ ਜਹਾਜ਼? ਤੁਸੀਂ ਕਿੰਨਾ ਕੁ ਲੈ ਕੇ ਗਏ? ਮੈਂ ਮੈਕਸਿਮਮ ਗਿਆ ਜਿੰਨੀ ਜਹਾਜ਼ ਦੀ ਲਿਮਿਟ ਸੀ ਨਾ, 2.3 ਮੈਕ, which means 2300 kilometers per hour. ਸਾਊਂਡ ਦੀ ਸਪੀਡ ਨਾਲੋਂ ਜ਼ਿਆਦਾ? Yeah. Plus the height. Generally, transport aircraft fly at about a height of 33, 35, 37,000 feet. But my fighter could fly up to 1 lakh feet. ਮੈਂ ਮੋਟਰਸਾਈਕਲ ਰਾਈਡਰ ਹਾਂ। ਜਦੋਂ ਮੈਂ ਮੋਟਰਸਾਈਕਲ ਚਲਾਉਣਾ, ਜਦੋਂ 100 ਕਿਲੋਮੀਟਰ ਤੇ ਜਾਂਦਾ, ਫਿਰ ਹੋਰ ਮਜ਼ਾ ਆਉਂਦਾ। ਫਿਰ 120 ਤੇ, 140 ਤੇ, 200 ਕਿਲੋਮੀਟਰ ਤੇ ਜਾ ਕੇ ਨਾ ਇੱਕ ਜਿਹੜੀ ਖਾਸ ਤੁਹਾਡੇ ਮਨ ਦੇ ਵਿੱਚ ਐਕਸਾਈਟਮੈਂਟ, ਇੱਕ ਐਨਥੂਸੀਆਜ਼ਮ ਆ,
ਫਿਰ ਹੋਰ ਦਿਲ ਕਰਦਾ ਕਿ ਹੋਰ ਇਹਨੂੰ ਤੇਜ਼ ਕਰਕੇ ਫੈਟ ਬॉय ਕੈਨ ਗੋ 200+। ਜਦੋਂ ਤੁਸੀਂ ਫਾਈਟਰ ਪਾਇਲਟ ਚਲਾਉਂਦੇ ਸੀ ਫਿਰ ਮਨ 'ਚ ਇੱਛਾ ਹੁੰਦੀ ਸੀ ਕਿ ਹੋਰ ਤੇਜ਼ ਕਰਕੇ ਦੇਖਾਂ, ਹੋਰ ਤੇਜ਼ ਕਰਕੇ ਦੇਖਾਂ। Correct. It is a desire to go faster and faster. ਕਿਵੇਂ ਮਹਿਸੂਸ ਹੁੰਦਾ ਉੱਪਰ ਫਿਰ? ਉੱਤੇ is very ਆਵਾਜ਼ ਆਉਂਦੀ? ਨਹੀਂ, when you are going beyond the speed of sound, there is no noise in the aircraft at all. All the engine noise, airframe, air noise, wind noise, all left behind. You are going in a very smooth, peaceful fashion, not a whisper. ਫਾਈਟਰ ਪਾਇਲਟਸ ਨੇ ਇਹ ਆਮ ਤੌਰ ਤੇ ਮੁੰਡੇ ਹੀ ਹੁੰਦੇ ਆ, ਬੰਦੇ ਹੀ ਆ। ਕੁੜੀਆਂ ਵੀ ਫਾਈਟਰ ਪਾਇਲਟ ਬਣ ਸਕਦੀਆਂ? ਬਣ ਸਕਦੀਆਂ ਨੇ, ਲੇਕਿਨ ਮੋਰ ਸਕਸੈਸਫੁਲ ਮੁੰਡੇ ਨੇ। ਕਿਉਂ? ਉਹਦੇ 'ਚ ਲੇਡੀਜ਼ ਦੀ ਥੋੜ੍ਹੀ ਜਿਹੀ ਫਿਜ਼ੀਓਲੋਜੀਕਲੀ ਲਿਮਿਟੇਸ਼ਨ ਹੈ, ਫਿਜ਼ੀਕਲ ਲਿਮਿਟੇਸ਼ਨ in terms of strength in the legs, strength in the arms, G tolerance itself, gravity. Like I have pulled up to 9G. That means my weight was 9 times more than my normal weight. The wings can break, the aeroplane can break, the body itself can get into a G lock. ਜੋ ਤੁਸੀਂ ਗ੍ਰੈਵਿਟੇਸ਼ਨਲ ਫੋਰਸ ਦੇ ਵਿਰੁੱਧ ਉੱਡ ਰਹੇ ਹੋ। ਹਾਂ, ਤੁਸੀਂ ਟਰਨ ਕਰ ਰਹੇ ਹੋ ਜਾਂ ਉਹਨੂੰ ਰਿਵਰਸ ਕਰ ਰਹੇ ਹੋ ਜਾਂ ਉਹਨੂੰ ਲੂਪ ਕਰ ਰਹੇ ਹੋ, ਤਾਂ ਤੁਹਾਡਾ ਸਾਰਾ ਜਿਹੜਾ ਬਲੱਡ ਹੁੰਦਾ ਉਹ ਸਿਰ ਤੋਂ ਹਾਰਟ ਤੋਂ ਸਭ ਥੱਲੇ ਚਲਾ ਜਾਂਦਾ, ਪੈਰਾਂ ਕ ਨਹੀਂ ਜਾਂਦਾ। ਐਂਡ ਦੈਨ ਯੂ ਸਟਾਰਟ ਇਨੀਸ਼ੀਅਲੀ ਗ੍ਰੇਇੰਗ ਆਊਟ, ਤੁਹਾਨੂੰ ਤਾਰੇ ਜਿਹੇ ਦਿਖਦੇ ਆ, ਫਿਰ ਧੁੰਦਲਾ ਜਿਹਾ ਦਿਖਦਾ, ਫਿਰ ਹਨੇਰਾ ਜਿਹਾ ਹੋ ਜਾਂਦਾ ਅੱਖਾਂ ਦੇ, ਐਂਡ ਯੂ ਬਲੈਕ ਆਊਟ ਐਂਡ ਯੂ ਸਸਟੇਨ ਹਾਈ ਜੀ ਫॉर 25 ਸੈਕਿੰਡ, ਯੂ ਕੈਨ ਡਾਈ, ਯੂ ਕੈਨ ਗੈਟ ਇਨਟੂ ਅ ਜੀ ਲੌਕ। ਪਰ ਤੁਹਾਡੇ ਸੂਟ ਪਾਇਆ ਹੁੰਦਾ ਜਿਹੜਾ, it is a high pressure suit, and it is filled with air, and the more G you pull, the more it expands. It holds the muscles, the blood at the proper places for the body. It helps you to fight more. And you have to keep your wits about, your mind has to remain all right, and your thinking power has to remain all right. ਪਰ ਮੈਂ ਤਾਂ ਸਮਝਦਾ ਵੀ ਔਰਤਾਂ ਦੀ ਜਿਹੜੀ ਐਂਡਿਓਰੈਂਸ ਪਾਵਰ ਹੈ, ਜ਼ਿਆਦਾ ਪੇਨ ਬਰਦਾਸ਼ਤ ਕਰ ਸਕਦੀਆਂ ਨੇ। Yes. ਜ਼ਿਆਦਾ ਦਰਦ ਪੀੜ ਜ਼ਿਆਦਾ ਬਰਦਾਸ਼ਤ ਕਰ ਸਕਦੀਆਂ ਮਰਦਾਂ ਨਾਲੋਂ। Right. ਪਰ ਪਾਇਲਟ ਨਹੀਂ ਬਣ ਸਕਦੀਆਂ। ਟਰਾਂਸਪੋਰਟ ਪਾਇਲਟ ਬਣ ਜਾਂਦੀਆਂ ਨੇ ਲੇਡੀਜ਼, ਹੈਲੀਕਾਪਟਰ ਪਾਇਲਟਸ ਬਣ ਜਾਂਦੀਆਂ ਨੇ। ਐਂਡ ਮੋਮੈਂਟ ਦੇ ਆਰ, ਇਟਸ ਨੋਨ ਦੇ ਆਰ ਔਨ ਦਾ ਫੈਮਿਲੀ ਵੇ, ਦੇਅਰ ਫਲਾਈਂਗ ਹੈਜ਼ ਟੂ ਸਟਾਪ। ਸੋ ਯੂਰਪ ਤੇ ਅਮਰੀਕਾ ਦੇ ਵਿੱਚ ਵੀ ਕੁੜੀਆਂ ਬਹੁਤੀਆਂ ਪਾਇਲਟ ਨੇ? ਬਹੁਤ ਜ਼ਿਆਦਾ ਨਹੀਂ ਹੈ ਫਾਈਟਰ ਪਾਇਲਟ ਨਹੀਂ। ਜਿਹੜੀਆਂ ਇਹ ਜੰਗਾਂ ਤੁਸੀਂ ਲੜੀਆਂ ਨੇ, ਰਾਤ ਦੇ ਹਨੇਰਿਆਂ 'ਚ ਬੰਬ ਸਿੱਟਣ ਜਾਣਾ, ਮਿਸ਼ਨ ਤੇ ਜਾਣਾ, ਔਰ ਗੋਲੀ ਲੱਗਣੀ, ਤੁਸੀਂ ਦੱਸਿਆ ਇੱਕ ਵਾਰੀ ਤਾਂ ਤੁਹਾਡੇ ਲੱਗੀ ਜਹਾਜ਼ ਦੇ ਉੱਤੇ ਤੁਹਾਡੀ ਲੱਤ ਦੇ ਵਿੱਚ। ਦੂਸਰੀ ਘਟਨਾ ਕਦੋਂ ਹੋਈ? Second time, once again, it was across the border. The aircraft was hit by the ground fire, and the aircraft lost half of its power engine. And I nursed the aircraft back. I brought the crippled aircraft back to Srinagar. ਉਸ ਵਕਤ ਖੌਫ ਜਾਂ ਜ਼ਿੰਦਗੀ ਤੇ ਮੌਤ ਦੇ ਵਿਚਕਾਰ? I'll be honest with you. Once you have been hit by the ground fire and your aircraft is not behaving as you wanted to behave, your legs do start trembling. There's a fear that you will crash. And I was about to hit a hill. I was not left with more than maybe 3 or 5 seconds. Everything in the body shrinks. You prepare yourself to impact a hill, but you just nurse the aircraft slightly over the ridge and then you go across. I went across the valley. My legs were trembling. I could not transmit. The mouth becomes dry. So if someone says one is not scared at all, is not true. So one is fully prepared. Yeah, it will happen one day. Doesn't matter. There is a mission I must accomplish. ਸੇਖੋ ਸਾਹਿਬ, ਇੱਕ ਪੋਸਟ ਦਾ ਨਾਂ ਤੁਹਾਡੇ ਨਾਂ ਦੇ ਉੱਤੇ ਰੱਖਿਆ ਹੈ, ਔਰ ਤੁਹਾਨੂੰ ਉਸ ਜ਼ਮਾਨੇ 'ਚ ਕਹਿੰਦੇ ਵੀ ਫੌਕਸ ਆਫ ਦਾ ਹਿਲਸ ਕਹਿੰਦੇ ਸੀ। Yes. ਤੁਸੀਂ ਆਪਣਾ ਜਹਾਜ਼ ਪਹਾੜੀਆਂ 'ਚ ਛੁਪਾ ਲੈਂਦੇ ਸੀ ਜਾ ਕੇ। ਇਹ ਪੋਸਟ ਕਿੱਥੇ ਕਰ ਤੇ ਕਿਵੇਂ ਛੁਪਾਉਂਦੇ ਸੀ ਜਹਾਜ਼? ਇਹ ਪੋਸਟ ਲਦਾਖ 'ਚ ਪੈਂਦੀ ਹੈ, ਸ਼ਿਓਕ ਵੈਲੀ ਦੇ ਉੱਤੇ, ਬਹਾਦਰ ਪੋਸਟ ਦੇ ਕੋਲੇ। ਇਜ਼ ਅ ਵੈਰੀ ਸਟਰੋਂਗ ਹੋਲਡ ਆਫ ਦ ਐਨਮੀ ਦਾ, ਬਹੁਤ ਸਟਰੋਂਗ ਹੋਲਡ ਸੀਗਾ ਉੱਥੇ, ਅਤੇ ਉੱਥੇ ਉਹਨਾਂ ਦਾ ਅਸਲਾ ਵੀ ਬਹੁਤ ਸੀ।
ਉਹ ਹਾਈਟ 'ਤੇ ਸੀ ਉਹ, ਕਿ ਜਿਹੜੇ ਥੱਲੇ ਵਾਲੀਆਂ ਪੋਸਟਾਂ ਆਪਾਂ ਆਰਮੀ ਨੇ ਲੈ ਲਈਆਂ ਸੀ ਉਹਨੂੰ ਥੋੜ੍ਹਾ ਮੁਸ਼ਕਿਲ ਸੀਗਾ, ਉਹ ਏਅਰ ਨਾਲ ਹੀ ਡਿਸਟਰੋਏ ਕੀਤੀ ਉਹ। ਅਤੇ ਉੱਥੇ 에ਅਰਕ੍ਰਾਫਟ ਨੂੰ ਵੀ ਗੋਲੀ ਲੱਗ ਗਈ ਸੀਗੀ, ਉੱਥੇ ਮੈਂ ਕਰੈਸ਼ ਵੀ ਹੋ ਸਕਦਾ ਸੀਗਾ। ਅਤੇ ਕਿਉਂਕਿ ਬੜੀ ਉਹ ਮੁਸ਼ਕਿਲ ਬਹਾਦਰੀ ਨਾਲ ਲਈ ਉਹ, ਫਿਰ ਪੋਸਟ ਦਾ ਨਾਂ ਦੇਤਾ ਉਹਨਾਂ ਨੇ। ਅਤੇ ਹਿਲ ਫੌਕਸ ਕਾਹਤੇ ਕਹਿੰਦੇ ਸੀ? ਹਾਂ, ਉਹ ਇਉਂ ਸੀਗਾ ਕਿ ਮੈਂ ਮੈਨੂੰ ਨਾ ਪਹਾੜਾਂ 'ਚ ਫਲਾਈ ਕਰਨਾ ਬਹੁਤ ਚੰਗਾ ਲੱਗਦਾ। ਅੱਛਾ। ਬਹੁਤ ਲੋਕ ਡਰਦੇ ਆ ਕਿ ਪਹਾੜ ਹੈਗੇ, ਫਿਰ ਮੁਸ਼ਕਿਲ ਹੋ ਜੂ, ਜਹਾਜ਼ ਟਰਨ ਨਹੀਂ ਹੋਊਗਾ, ਫਲਾਨਾ ਨਹੀਂ ਹੋਊਗਾ। ਉਹ ਰੱਬ ਨੇ ਦਿੱਤੀ ਹੋਈ ਹੈ, ਸੈਂਸ ਦਿੱਤੀ ਹੋਈ ਹੈ ਕਿ ਵੀ ਪਹਾੜਾਂ 'ਚ ਜਹਾਜ਼ ਨੂੰ ਕਿਵੇਂ ਸੰਭਾਲਣਾ। ਚਾਹੇ ਇੱਕ ਜਹਾਜ਼ ਹੈ ਜਾਂ 2 ਜਾਂ 4 ਜਹਾਜ਼ ਨੇ, ਤੁਸੀਂ ਫਾਰਮੇਸ਼ਨ ਲੈ ਕੇ ਜਾਂਦੇ। ਅਤੇ ਮੈਨੂੰ ਸਾਰੇ ਵੈਲੀਜ਼ ਦਾ ਪੂਰਾ ਪਤਾ ਸੀ। ਅਤੇ ਜਦੋਂ ਹੀ ਪਤਾ ਲੱਗਦਾ ਸੀਗਾ ਕਿ ਇੱਥੇ ਵੀ ਪਾਕਿਸਤਾਨ ਦੇ ਮਿਰਾਜਿਸ ਵੇਟ ਕਰ ਰਹੇ ਨੇ ਮੇਰੇ ਟਾਰਗੇਟ 'ਤੇ, ਮੈਂ ਉੱਥੇ ਨਹੀਂ ਪਹੁੰਚ ਸਕਦਾ, ਅਤੇ ਮੈਂ ਹੌਲੀ ਦੇ ਕੇ ਜਹਾਜ਼ ਨਾਲ ਦੀ ਵੈਲੀ ਜਾਂ ਕਿਸੇ ਹੋਰ ਵੈਲੀ 'ਚ ਆਪਣਾ ਘੁਮਾ ਲੈਂਦਾ ਸੀ ਥੋੜ੍ਹੀ ਟਾਈਮ ਵਾਸਤੇ। ਅਤੇ ਜਦੋਂ ਉਹ ਚਲੇ ਜਾਂਦੇ ਸੀਗੇ ਫਿਰ ਮੈਂ ਨਿਕਲ ਕੇ ਆ ਜਾਂਦਾ ਸੀ। ਫਿਰ ਜਾ ਕੇ ਬੰਬ ਸਿੱਟ ਆਉਂਦੇ ਸੀ? ਹਾਂ, ਪੁੰਛ ਏਰੀਆ 'ਚ ਵੀ ਐਂ ਹੋਇਆ। ਸੋ ਇਸੇ ਕਰਕੇ ਤੁਹਾਨੂੰ ਫੌਕਸ ਕਹਿੰਦੇ ਸੀ ਉਹ ਕਿ ਵੀ ਆਉਂਦਾ, ਸਿੱਟ ਕੇ ਛੁਪ ਜਾਂਦਾ, ਬਸ ਫਿਰ ਆ ਕੇ ਬੰਬ ਸਿੱਟਦਾ। ਉਹ ਫਿਰ ਜਦੋਂ ਐਨੀਮੀ ਪੋਸਟ ਸੀਗੀਆਂ ਉਹ ਫਿਰ ਟਰਾਂਸਮਿਟ ਕਰਦੇ ਹੋਏ ਰਿਕਾਰਡ ਹੋਇਆ कारगिल ब्रिगेड कि हिंदुस्तान का जहाज़ आता है जाता है सिर उठाने नहीं देता है, अपनी एयरफोर्स मर गई है क्या, ਜਿਹੜਾ ਸੀਗਾ ਪੋਸਟ ਦਾ कारगिल ਏਰੀਆ 'ਚ ਉਹ ਰਿਕਾਰਡ ਉਹਨੇ ਕੀਤਾ ਹੋਇਆ कारगिल ਬ੍ਰਿਗੇਡ 'ਚ। ਇਹ ਗੱਲ ਠੀਕ ਹੈ ਕਿ ਤੁਸੀਂ ਬਹੁਤ ਸਾਰੇ ਪਾਇਲਟ ਟ੍ਰੇਨ ਕੀਤੇ ਨੇ, ਸੈਂਕੜਿਆਂ ਦੀ ਗਿਣਤੀ 'ਚ? 5000 ਪਾਇਲਟ ਟ੍ਰੇਨ ਕੀਤੇ ਹੈ ਮੇਰੇ ਹੱਥਾਂ 'ਚੋਂ ਲੰਘੇ। ਅੱਛਾ। ਟਰਾਂਸਪੋਰਟ, ਹੈਲੀਕਾਪਟਰਸ ਐਂਡ ਫਾਈਟਰਸ। ਅਤੇ ਕਿੰਨਾ ਖਰਚਾ ਆਉਂਦਾ ਇੱਕ ਪਾਇਲਟ ਨੂੰ ਟ੍ਰੇਨ ਕਰਨ 'ਤੇ? ਇੱਕ ਫਾਈਟਰ ਪਾਇਲਟ ਨੂੰ ਬੇਸਿਕ ਟ੍ਰੇਨਿੰਗ ਦੇਣ ਵਾਸਤੇ ਜਦ ਤੱਕ ਫਾਈਟਰ ਪਾਇਲਟ ਬਣ ਜਾਂਦਾ ਕੋਈ 10 ਕਰੋੜ ਲੱਗਦੇ ਆ। ਔਰ ਉਹ ਜਿਹੜੀ ਮਸ਼ੀਨ ਉਡਾਉਂਦਾ ਉਹ ਹੁੰਦੀ ਹੈ ਕੋਈ 150 ਕਰੋੜ ਦੀ ਜਾਂ 350 ਕਰੋੜ ਦੀ। ਜਿਹੜੀਆਂ ਅੱਜ ਕੱਲ੍ਹ ਦੀਆਂ ਮਸ਼ੀਨਾਂ ਤਾਂ ਹੋਰ ਮਹਿੰਗੀਆਂ ਹੋ ਗਈਆਂ, 450 ਕਰੋੜ ਦੀ ਇੱਕ ਮਸ਼ੀਨ ਤੁਸੀਂ ਯੰਗ ਪਾਇਲਟ ਨੂੰ ਦੇ ਦਿਓ, ਇੱਕ ਪਾਇਲਟ ਨੂੰ। So he has to be very reliable. He has to be trained very well. He has to have exceptional qualities. In no other profession you require the qualities that you require in a fighter pilot. And the time available is very short. In no profession you take so many decisions in such a short time. And every decision has to be correct. If the decision is wrong, the punishment is death. ਬਿਲਕੁਲ ਸਹੀ ਗੱਲ ਤੁਹਾਡੀ। ਅਤੇ ਹੁਣ ਜਿਹੜੇ ਮੁੰਡੇ ਕੁੜੀਆਂ ਪਾਇਲਟ ਬਣਨਾ ਚਾਹੁੰਦੇ ਨੇ, ਬਹੁਤ ਸਾਰੇ ਜਵਾਨ ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਕੀ ਮਸ਼ਵਰਾ ਤੁਹਾਡਾ? ਤੁਸੀਂ ਸਭ ਕੁਝ ਅਚੀਵ ਕਰ ਸਕਦੇ ਹੋ। ਵਟ ਐਵਰ ਯੂ ਵਾਂਟ ਟੂ ਬਿਕਮ ਯੂ ਕੈਨ ਬਿਕਮ। ਕੀ ਚਾਹੀਦਾ? ਤੁਹਾਡੀ ਹੈਲਥ ਬਹੁਤ ਚੰਗੀ ਚਾਹੀਦੀ ਹੈ, ਤੁਹਾਡੀ ਲਗਨ ਬਹੁਤ ਚੰਗੀ ਚਾਹੀਦੀ ਹੈ, ਸਿੰਸੈਰਿਟੀ, ਜਿਹੜਾ ਵੀ ਕੰਮ ਕਰੋ ਇਮਾਨਦਾਰੀ ਨਾਲ ਕਰੋ। ਐਸ ਪ੍ਰੋਫੈਸ਼ਨ 'ਚ ਆਪਾਂ ਧੋਖਾ ਨਹੀਂ ਦੇ ਸਕਦੇ, ਫਰੋਡ ਨਹੀਂ ਬਣ ਸਕਦੇ। ਗਲਤੀ ਹੋ ਗਈ, ਗਲਤੀ ਨੂੰ ਮੰਨ ਲਓ, ਕਿਆ ਗਲਤੀ ਹੋ ਗਈ, ਆ ਕੇ ਬਾਕੀਆਂ ਨੂੰ ਦੱਸੋ ਕਿ ਵੀ ਆਹ ਮੇਰੇ ਕੋਲੋਂ ਗਲਤੀ ਹੋ ਗਈ ਸੀ, ਇਉਂ ਮੈਂ ਬਚ ਗਿਆ, ਤਾਂ ਕਿ ਉਹਦੇ ਨਾਲ ਦੂਜਿਆਂ ਨੂੰ ਐਕਸਪੀਰੀਅੰਸ ਮਿਲੂਗਾ। ਤਾਂ ਇਟ ਇਜ਼ ਅ ਵੰਡਰਫੁਲ ਐਕਸਪੀਰੀਅੰਸ, ਇਟਸ ਅ ਵੰਡਰਫੁਲ ਲਾਈਫ। ਇਟ ਇਜ਼ ਪੋਸੀਬਲ, ਸਪੈਸ਼ਲੀ ਆਵਰ ਬॉयਜ਼ ਫਰੋਮ ਪੰਜਾਬ। ਪੰਜਾਬ ਦੇ ਮੁੰਡੇ ਐਕਸੈਪਸ਼ਨਲ ਪਾਇਲਟਸ ਨੇ। ਅੱਜ ਕੱਲ੍ਹ ਉਹਨਾਂ ਨੂੰ ਥੋੜ੍ਹੀ ਜਿਹੀ ਗਾਈਡੈਂਸ ਪੂਰੀ ਨਹੀਂ ਮਿਲ ਰਹੀ, ਔਰ ਉਹਨਾਂ ਨੂੰ ਜਿਹੜੀ ਹਲਾਸ਼ੇਰੀ ਮਿਲਣੀ ਚਾਹੀਦੀ ਹੈ ਨਹੀਂ ਮਿਲ ਰਹੀ ਹੈ। ਅਤੇ ਇਹ ਬਹੁਤ ਜ਼ਰੂਰੀ ਹੈ ਕਿ ਆਈ ਵਾਂਟ ਟੂ ਸ਼ੇਅਰ ਮਾਈ ਐਕਸਪੀਰੀਅੰਸ ਵਿਦ ਦੈਮ। ਮੈਂ ਦੱਸਣਾ ਚਾਹੁੰਦਾ ਕਿ ਵੀ ਮੈਂ ਪੇਂਡੂ ਮੁੰਡਾ ਐਂਡ ਲਗਨ ਨਾਲ ਚੱਲਦਿਆ ਰਿਹਾ, ਇਮਾਨਦਾਰੀ ਨਾਲ, ਔਰ ਹਰ ਜਗ੍ਹਾ 'ਤੇ ਸਕਸੈਸ ਮਿਲੀ। ਇੰਸਟਰਕਟਰ ਕੋਰਸ ਗਿਆ, ਫਸਟ ਆਇਆ, ਉੱਥੇ ਹੋਰ 50 ਮੁੰਡੇ ਹੋਰ ਸੀ। ਮੈਂ ਇੱਕੋ ਹੀ ਪਾਇਲਟ ਸੀਗਾ ਜਿਹੜਾ ਕਿ ਟਰਾਂਸਪੋਰਟ ਜਹਾਜ਼, ਹੈਲੀਕਾਪਟਰ ਐਂਡ ਫਾਈਟਰ ਇੱਕੋ ਹੀ ਦਿਨ ਉਡਾ ਸਕਦਾ ਸੀ। ਨਹੀਂ ਤਾਂ ਰੂਲ ਸੀਗਾ ਕਿ ਜੇ ਇੱਕ ਦਿਨ ਟਰਾਂਸਪੋਰਟ ਜਹਾਜ਼ ਉਡਾਇਆ ਤਾਂ ਤੁਸੀਂ ਫਾਈਟਰ ਨਹੀਂ ਉਡਾ ਸਕਦੇ, ਜੇ ਹੈਲੀਕਾਪਟਰ ਉਡਾਇਆ ਤਾਂ ਫਾਈਟਰ ਨਹੀਂ ਉਡਾ ਸਕਦੇ। ਮੈਂ ਠੀਕ ਸੀਗਾ, ਰੱਬ ਮੇਰੇ ਨਾਲ ਸੀ। ਔਰ 41 ਸਾਲ ਦੀ ਮੈਂ ਸਰਵਿਸ 에ਅਰਫੋਰਸ ਕੀਤੀ, 24 ਸਾਲ ਮੈਂ ਕਮਾਂਡਰ ਰਿਹਾ
ਔਰ ਰੱਬ ਮੇਰੇ ਨਾਲ ਸੀ ਕਿ ਇੱਕ ਵੀ ਡੈਥ ਨਹੀਂ ਹੋਈ ਮੇਰੀ ਸਕੁਆਡ 'ਚ। ਕੀ ਬਾਤ ਹੈ। ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬੱਚਿਆਂ ਦੇ ਮਾਪੇ ਆ? ਮੈਂ ਇਉਂ ਕਹਿਣਾ ਚਾਹੁੰਦਾ ਕਿ ਜਿਹੜੀ 6 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਘੁੱਟ ਕੇ ਪਿਆਰ ਕਰੋ, ਪ੍ਰੋਫਿਊਜ਼ਲੀ ਲਵ ਕਰੋ, ਉਹਨਾਂ ਨੂੰ ਬਸ ਹੋਰ ਕੁਛ ਨਾ ਮਿਲੇ, ਪੂਰਾ ਪਿਆਰ ਮਿਲੇ। ਲੇਕਿਨ 6 ਸਾਲ ਤੋਂ 12 ਸਾਲ ਦੀ ਉਮਰ ਤੱਕ ਉਹਨਾਂ ਨੂੰ ਲਾਈਨ 'ਤੇ ਰੱਖੋ, ਸੁਧਾਰੋ, ਸਟ੍ਰਿਕਟ ਬਣੋ ਅਗਰ ਜ਼ਰੂਰਤ ਹੈ ਕਿ ਵੀ ਆਹ ਗੱਲ ਗਲਤ ਹੈ, ਆਹ ਗੱਲ ਠੀਕ ਹੈ। ਐਂਡ 12 ਸਾਲ ਦੀ ਉਮਰ ਤੋਂ ਮਗਰੋਂ ਦੇ ਆਰ ਫਰੈਂਡਸ, ਟਰੀਟ ਦੈਮ ਐਜ਼ ਫਰੈਂਡਸ। ਅਗਰ ਤੁਸੀਂ 12 ਸਾਲ ਦੀ ਉਮਰ ਤੋਂ ਮਗਰੋਂ ਉਹਨਾਂ ਨੂੰ ਲੱਗ ਗਏ ਤੁਸੀਂ ਸਖਤੀ ਲਿਆਉਣੀ, ਉਹਦੇ ਨਾਲ ਰਿਵੋਲਟ ਹੋ ਜਾਂਦਾ ਹੈ। ਉਹ ਕਨਵਿੰਸਿੰਗ ਐਡਵਾਈਸ ਚਾਹੁੰਦੇ ਨੇ। ਪੇਰੈਂਟਸ ਹੈਵ ਟੂ ਬੀ ਰੋਲ ਮਾਡਲ ਲਾਈਕ ਗੁਰੂ ਗੋਬਿੰਦ ਸਿੰਘ। ਅਗਰ ਰੋਲ ਮਾਡਲ ਤੁਸੀਂ ਬਣ ਸਕਦੇ ਹੋ ਤਾਂ ਇਟਸ ਅ ਵੈਰੀ ਗੁੱਡ ਥਿੰਗ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ, ਸ਼ੁਕਰੀਆ। Thank you so much. Great pleasure.